बहुत स्वागत है जी सारिਆਂ ਦਾ। मैं हाँ सुरिंदर डल्ला। साडा बहुत ही खास प्रोग्राम न्यूज़ एंड एनालिसिस। एक वड्डी खबर है जिहदे उत्ते गल करांगे। ਅੱਜ ਪੰਜਾਬ ਪੁਲਿਸ ਨੇ 3 ਪੁਲਿਸ ਆਫੀਸਰਸ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਹੈ ਆਰਟੀਕਲ 311 ਦੇ ਵਿੱਚ ਇਨ ਲਾਈਟ ਆਫ ਡਾਇਰੈਕਸ਼ਨਸ ਫਰਮ ਦੀ ਚੀਫ ਮਿਨਿਸਟਰ ਔਨ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ। ਇਹ 3 ਪੁਲਿਸ ਅਫਸਰ ਫਿਰੋਜ਼ਪੁਰ ਡਿਸਟ੍ਰਿਕਟ ਦੇ ਸੀਗੇ। ਇਹਨਾਂ ਨੇ 2 ਲੋਕਾਂ ਨੂੰ ਫਾਲਸਲੀ ਇੰਪਲੀਕੇਟ ਕੀਤਾ ਸੀ ਇਨ ਐਨ ਐਨਡੀਪੀਐਸ ਡਰੱਗ ਕੇਸ ਤੇ ਉਹਨਾਂ ਤੋਂ ਹਿਊਜ ਅਮਾਉਂਟ ਆਫ ਮਨੀ ਐਕਸਟੋਰਟ ਕੀਤਾ ਸੀ। ਇਹ ਮੈਂ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਦਾ, ਸੁਚੇਤ ਕਰਨਾ ਚਾਹੁੰਦਾ ਮੈਂ ਪੰਜਾਬ ਪੁਲਿਸ ਦੇ ਸਾਰੇ ਅਫਸਰਾਂ ਨੂੰ ਕਿ ਤੁਹਾਡੇ ਗੁੱਡ ਵਰਕ ਦੀ ਸਲਾਖਾ ਹੋਊਗੀ, ਸ਼ਿਫਟ ਹੋਊਗੀ, ਅਸੀਂ ਸਪੋਰਟ ਕਰਾਂਗੇ, ਬਟ ਬਲੈਕ ਸ਼ੀਪ ਵਿਲ ਨਾਟ ਬੀ ਟੋਲਰੇਟਡ ਇਨ ਦਾ ਪੁਲਿਸ ਡਿਪਾਰਟਮੈਂਟ। ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਿੱਥੇ ਕਿਤੇ ਕਰਪਸ਼ਨ ਦੀ ਡਿਮਾਂਡ ਆਂਦੀ ਹੈ ਤੁਸੀਂ ਸਾਨੂੰ ਇਤਲਾ ਦਿਓ, ਸਟ੍ਰਿਕਟ ਐਕਸ਼ਨ ਵਿਲ ਬੀ ਟੇਕਨ। ਤੇ ਇਹ ਪੰਜਾਬ ਚੀਫ ਮਿਨਿਸਟਰ ਦੀ ਕਲੀਅਰ ਕਮਿਟਮੈਂਟ ਹੈਗੀ ਟੁਵਰਡਸ ਮੇਨਟੇਨਿੰਗ ਜ਼ੀਰੋ ਟੋਲਰੈਂਸ। उधर दिल्ली ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਆਮ ਆਦਮੀ ਪਾਰਟੀ ਦੀ ਸ਼ਰਾਬ ਨੀਤੀ ਦੀ ਜਾਂਚ ਜਦੋਂ ਦੀ ਸੀਬੀਆਈ ਨੂੰ ਸਿਫਾਰਿਸ਼ ਕੀਤੀ ਗਈ ਹੈ, ਬੀਜੇਪੀ ਆਮ ਆਦਮੀ ਪਾਰਟੀ ਤੇ ਹਮਲਾਵਰ ਹੈ ਔਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਦੀਆਂ ਸ਼ਰਾਬ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ ਔਰ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸੋ ਆਦੇਸ਼ ਗੁਪਤਾ ਜਿਹੜੇ ਪ੍ਰਧਾਨ ਨੇ ਦਿੱਲੀ ਭਾਜਪਾ ਦੇ, ਉਹ ਤੇ ਆਰਪੀ ਸਿੰਘ ਜਿਹੜੇ ਭਾਜਪਾ ਦੇ ਨੇਤਾ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਸਿੱਧੀ ਗੱਲ ਹੈ, ਦਿੱਲੀ 'ਚ 174.36 ਕਰੋੜ ਦਾ ਘੁਟਾਲਾ ਹੋਇਆ ਹੈ। ਦਿੱਲੀ ਦੇ ਟੈਕਸ ਪੇਅਰ ਦਾ 174.36 ਕਰੋੜ ਰੁਪਇਆ ਉਹਨਾਂ ਨੇ ਆਪਣੇ ਦੋਸਤਾਂ ਨੂੰ ਦੇਤਾ, ਸਿਸੋਦੀਆ ਜੀ ਨੇ ਆਪਣੇ ਦੋਸਤਾਂ ਨੂੰ ਦੇਤਾ। 144.36 ਕਰੋੜ ਰੁਪਏ ਇੱਕ ਔਰ 30 ਕਰੋੜ ਰੁਪਏ ਇੱਕ, ਦੋਨੋਂ ਮਿਲਾ ਕੇ 174.36 ਕਰੋੜ ਰੁਪਏ ਆਪਣੇ ਦੋਸਤਾਂ ਨੂੰ ਰੇਵੜੀ ਵੰਡਤੀ। ਅਸੀਂ ਕਹਿ ਰਹੇ ਹਾਂ ਕਿ ਉਸ ਮੰਤਰੀ ਨੂੰ ਮੰਤਰੀ ਬਣਨ ਦਾ ਰਹਿਣ ਦਾ ਕੋਈ ਅਧਿਕਾਰ ਨਹੀਂ, ਉਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਔਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਔਰ ਇਹ ਸਾਰਾ ਸੰਘਰਸ਼ ਔਰ ਸਾਰੀ ਲੜਾਈ ਜਦ ਤੱਕ ਜਾਰੀ ਰਹੇਗੀ जब तक उत्ते कानूनी कार्रवाई नहीं होगी। और मनीष सिसोदिया को बर्खास्त नहीं करते तब तक ये आंदोलन दिल्ली के अंदर जारी रहेगा। माफिया को हजारों करोड़ रुपए फायदा पहुंचाने वाले केजरीवाल ये सरकार तब तक ये आंदोलन जारी रहेगा। सो आम आदमी पार्टी ਵੱਲੋਂ ਮੁਹੱਲਾ ਕਲੀਨਿਕ 15 ਅਗਸਤ ਤੇ 75 ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਔਰ ਸੁਖਬੀਰ ਬਾਦਲ ਔਰ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਤੇ ਤਿੱਖਾ ਸਿਆਸੀ ਹਮਲਾ ਕੀਤਾ ਜਾ ਰਿਹਾ ਹੈ। ਸੋ ਰਾਜਾ ਵੜਿੰਗ ਨੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਪ ਪੰਜਾਬ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ। ਉਹਨਾਂ ਨੇ ਕਲੀਨਿਕ ਦੀ ਲਾਗਤ ਦੱਸੀ ਹੈ 5 ਲੀਟਰ ਪੇਂਟ 2 ਪੇਂਟਰ, ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ। ਅਸਲ ਦੇ ਵਿੱਚ ਜਿਹੜੇ ਮੁਹੱਲਾ ਕਲੀਨਿਕ ਬਣ ਰਹੇ ਨੇ, ਜਿਹੜਾ ਮੋਹਾਲੀ ਵਾਲਾ ਮੁਹੱਲਾ ਕਲੀਨਿਕ ਹੈ ਉਹ ਸੇਵਾ ਕੇਂਦਰ ਦੀ ਇਮਾਰਤ ਦੇ ਵਿੱਚ ਬਣਿਆ ਹੈ, ਜਿਸ ਕਰਕੇ ਇਹ ਸਿਆਸੀ ਜਿਹੜਾ ਹੈ ਇਹ ਤੰਜ ਹੈ ਜਿਹੜਾ ਰਾਜਾ ਵੜਿੰਗ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਕੱਸਿਆ। ਇਸੇ ਤਰ੍ਹਾਂ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਇਮਾਰਤਾਂ ਤੇ ਆਮ ਆਦਮੀ ਕਲੀਨਿਕ ਲਿਖ ਕੇ, ਸੇਵਾ ਕੇਂਦਰਾਂ ਤੇ ਲਿਖ ਕੇ ਮੁਹੱਲਾ ਕਲੀਨਿਕ ਬਣਾਉਣ ਦਾ ਦਾਅਵਾ ਕਰ ਰਹੀ ਹੈ, ਜਦਕਿ ਇਹ ਕਿਤੇ ਨਾ ਕਿਤੇ ਵਾਅਦਾ ਖਿਲਾਫੀ ਹੈ। ਸੋ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕਾਂ ਦੀਆਂ ਇਮਾਰਤਾਂ ਨੂੰ ਲੈ ਕੇ ਕਿਤੇ ਨਾ ਕਿਤੇ ਘਿਰਦੀ ਹੋਈ ਨਜ਼ਰ ਆ ਰਹੀ ਹੈ। ਸੋ ਇਹ ਆਉਂਦੇ ਦਿਨਾਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਵੇਖਣ ਵਾਲੀ ਰਹੇਗੀ। ਜਦੋਂ ਦੇ ਸਿਮਰਜੀਤ ਸਿੰਘ ਮਾਨ ਜਿੱਤੇ ਨੇ ਕਿਸੇ ਨਾ ਕਿਸੇ ਵਿਵਾਦ ਦੇ ਨਾਲ ਜੁੜੇ ਹੋਏ ਨੇ। ਸਿਮਰਜੀਤ ਸਿੰਘ ਮਾਨ ਦੇ ਖਿਲਾਫ ਪਾਰਲੀਮੈਂਟ ਥਾਣੇ ਦੇ ਵਿੱਚ ਬੀਜੇਪੀ ਦੀ ਇੱਕ ਆਗੂ ਵੱਲੋਂ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਮਾਨ ਧੜੇ ਨੇ ਵੀ ਸ਼ਿਕਾਇਤ ਦਿੱਤੀ ਅਤੇ ਉਸ ਬੀਜੇਪੀ ਆਗੂ ਖਿਲਾਫ ਜਵਾਬੀ ਕਾਰਵਾਈ ਦੀ ਮੰਗ ਕੀਤੀ। ਮਾਮਲਾ ਸੀ ਸਿਮਰਜੀਤ ਸਿੰਘ ਮਾਨ ਉਹਨਾਂ ਵੱਲੋਂ ਭਗਤ ਸਿੰਘ ਬਾਰੇ ਕੀਤੀ ਜਾ ਰਹੀ ਟਿੱਪਣੀ। ਸਿਮਰਜੀਤ ਸਿੰਘ ਮਾਨ ਜੋ ਕੁਝ ਕਹਿ ਰਹੇ ਨੇ ਭਗਤ ਸਿੰਘ ਨੂੰ, ਉਹਨਾਂ ਦੀ ਨਿੱਜੀ ਸੋਚ ਹੋ ਸਕਦੀ ਹੈ, ਪਰ ਦੇਸ਼ ਦੁਨੀਆ ਦੇ ਵਿੱਚ ਲੋਕ ਭਗਤ ਸਿੰਘ ਨੂੰ ਇੱਕ ਮਹਾਨ ਦੇਸ਼ ਭਗਤ ਅਤੇ ਇੱਕ ਆਦਰਸ਼ ਵਜੋਂ ਵੇਖਦੇ ਨੇ। ਹੁਣ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਕੱਲ੍ਹ ਕੁਝ ਹੋਰ ਸਾਥੀਆਂ ਦੇ ਨਾਲ ਆਪਣੀ ਪਾਰਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਨੇ, ਜਿਸ ਦੇ ਵਿੱਚ ਉਹਨਾਂ ਨੇ ਮੰਗ ਪੱਤਰ 'ਚ ਇੱਕ ਸਵਾਲ ਕੀਤਾ ਐਸਜੀਪੀਸੀ ਨੂੰ ਕਿ ਐਸਜੀਪੀਸੀ ਸ਼ਹੀਦ ਭਗਤ ਸਿੰਘ ਨੂੰ ਕਿਸ ਸ਼੍ਰੇਣੀ ਦੇ ਵਿੱਚ ਰੱਖਦੀ ਹੈ। ਸੋ ਇਮਾਨ ਸਿੰਘ ਮਾਨ, ਸਿਮਰਜੀਤ ਸਿੰਘ ਮਾਨ ਦੇ ਜਿਹੜੇ ਪੁੱਤਰ ਨੇ, ਤਸਵੀਰ ਇਸ ਵਕਤ ਤੁਹਾਡੇ ਸਾਹਮਣੇ ਨੇ, ਉਹਨਾਂ ਨੇ ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਹੈ ਜਿਹੜੀ ਉਹ ਕਿਸ ਸ਼੍ਰੇਣੀ ਵਿੱਚ
ਰੱਖ ਕੇ ਲਾਏ ਜਾਣ ਬਾਰੇ ਮੰਗ ਕੀਤੀ ਹੈ, ਪੁੱਛਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਇਮਾਨ ਸਿੰਘ ਮਾਨ ਦੇ ਆਪਣੇ ਤਰਕ ਨੇ, ਪਰ ਸਿਆਸਤ ਇਹ ਸਾਰੇ ਮਸਲੇ ਤੇ ਇੱਕ ਵਾਰੀ ਫੇਰ ਬੁਲੰਦ ਹੋ ਗਈ ਹੈ। ਪਹਿਲਾਂ ਇਮਾਨ ਸਿੰਘ ਮਾਨ ਦੀ ਪੂਰੀ ਗੱਲ ਸੁਣ ਲਈ। ਜਿਹੜਾ ਬਿਆਨ ਐਸਜੀਪੀਸੀ ਨੇ ਦਿੱਤਾ ਹੈ ਕਿ ਭਗਤ ਸਿੰਘ ਜੀ ਦੀ ਉਹਨਾਂ ਨੇ ਫੋਟੋ ਉਰੇ ਲਾਈ ਹੋਈ ਹੈ, ਇਹ ਭਗਤਾਂ ਦੀ ਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ, ਰੱਬ ਅਧੀਨ ਬੰਨ੍ਹਦੀ ਹੈ। ਗੁਰੂਆਂ ਦੀ ਬਾਣੀ ਸਾਨੂੰ ਰੱਬ ਅਧੀਨ ਬੰਨ੍ਹਦੀ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਜੋੜਦੇ ਹੈਗੇ ਆ। ਤੇ ਸਰ ਭਗਤ ਸਿੰਘ ਨੇ ਸਪਸ਼ਟ ਜੇਲ੍ਹ ਦੇ ਵਿੱਚ ਇੱਕ ਆਪਣਾ ਐਸੇ ਲਿਖਿਆ ਹੈ, ਮੈਂ ਨਾਸਤਿਕ ਕਿਉਂ ਹਾਂ, ਔਰ ਉਹ ਸਪਸ਼ਟ ਰੂਪ 'ਚ ਕਹਿੰਦੇ ਆ ਕਿ I could never believe in the mythology and doctrines of Sikhism or any other religion। ਠੀਕ ਹੈ ਨਾ ਜੀ, ਇਹ ਸਿੱਖੀਜ਼ਮ 'ਚ ਮੰਨਦੇ ਨਹੀਂ ਸੀ। ਅਖੀਰ 'ਚ ਇਹ ਬੇਨਤੀ ਕਰਦੇ ਹੈਗੇ ਆ ਕਿ ਮੈਨੂੰ ਕਿਹਾ ਕਿਸੇ ਨੇ ਕਿ ਅਖੀਰ ਤੇ ਤੂੰ ਪਛਤਾਏਂਗਾ, ਡਿਊਰਿੰਗ ਯੋਰ ਲਾਸਟ ਡੇਜ਼ ਯੂ ਵਿਲ ਬਿਗਿਨ ਟੂ ਬਿਲੀਵ, ਮੰਨਣ ਲੱਗ ਪਏਗਾ। ਮੈਂ ਜਵਾਬ ਦਿੱਤਾ, I said, no dear sir, it shall not be, and नहीं हो सकता। I will think that to be an act of degradation, ये मेरी नीचता होगी जे मैं मनन लग पिया। And demoralization, मतलब मैं अपने च भरोसा नहीं रखता। For selfish motives, I am not going to pray। Readers and friends, ये हंकार है। So ये ਇਹਨਾਂ ਦੀ ਸੋਚ ਇੱਕ ਨਾਸਤਿਕ ਸੋਚ ਹੈ। ਹੁਣ ਉਰੇ ਗੁਰੂ ਦੇ ਘਰ 'ਚ ਨਾਸਤਿਕ ਆ ਸਕਦਾ ਹੈ, ਕਿਸੇ ਨੂੰ ਕੋਈ ਰੋਕ ਨਹੀਂ, ਸਾਰੇ ਦਰਵਾਜ਼ੇ ਖੁੱਲੇ ਹੈ। ਪਰ ਜਿਹੜੇ ਕੌਮ ਦੇ ਹੀਰੇ ਹੈ ਉਹਨਾਂ ਨੂੰ ਅਸੀਂ ਅਜਾਇਬ ਘਰ 'ਚ ਥਾਂ ਦਿੰਦੇ ਹਾਂ। ਸੋ ਅੱਜ ਮੈਂ ਐਸਜੀਪੀਸੀ ਨੂੰ ਇਹ ਸਵਾਲ ਪੁੱਛਣਾ ਹੈ, ਜਿੱਥੇ ਹਰੀ ਕਾ ਮੰਦਿਰ ਹੈ, ਰੱਬ ਨੂੰ ਮੰਨਣ ਵਾਲੇ ਉਰੇ ਆਉਂਦੇ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਉਂਦੇ ਹੈ, ਜਿਹੜਾ ਸਾਨੂੰ ਰੱਬ ਨਾਲ ਜੋੜਦਾ ਹੈ, ਜਿਹੜਾ ਸਾਨੂੰ ਧਾਰਮਿਕ ਬਣਾਉਂਦਾ ਹੈ, ਉਹਦੇ ਅਜਾਇਬ ਘਰ ਤੇ ਆਪਾਂ ਹੁਣ ਨਾਸਤਿਕ ਬੰਦੇ ਨੂੰ ਉੱਥੇ ਰੱਖੀਏ। ਫਿਰ ਐਸਜੀਪੀਸੀ ਰੱਬ ਦਾ ਪ੍ਰਚਾਰ ਕਰ ਰਹੀ ਹੈ ਕਿ ਕਹਿ ਰਹੀ ਹੈ ਕਿ ਤੁਸੀਂ ਰੱਬ ਨੂੰ ਨਾ ਮੰਨੋ। ਸੋ ਇਮਾਨ ਸਿੰਘ ਮਾਨ ਦੇ ਇਸ ਬਿਆਨ ਤੋਂ ਬਾਅਦ ਕਈ ਤਰ੍ਹਾਂ ਦੇ ਬਿਆਨ ਵੀ ਆ ਰਹੇ ਨੇ। ਉਂਝ ਮੈਨੂੰ ਲੱਗਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਸੰਗਰੂਰ ਦੇ ਵਿੱਚ ਜਿੱਤ ਹਾਸਲ ਕੀਤੀ ਸੀ, ਉਸ ਜਿੱਤ ਵੇਲੇ ਕਿਤੇ ਨਾ ਕਿਤੇ ਪੰਜਾਬ ਦੇ ਲੋਕ, ਸੰਗਰੂਰ ਦੇ ਲੋਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਦੇ ਨਾ ਪੂਰੇ ਹੋਣ ਤੋਂ ਨਾਰਾਜ਼ ਸੀ। ਸ਼ਾਇਦ ਇਸੇ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ। ਭਾਵੇਂ ਜਿੱਤਣ ਦਾ ਮਾਰਜਨ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਥੋੜਾ ਸੀ, ਪਰ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਇਸੇ ਕਰਕੇ ਵੋਟਾਂ ਪਾਈਆਂ ਕਿ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ, ਜ਼ਰੂਰਤ ਨਾਲੋਂ ਜ਼ਿਆਦਾ ਖਾਬ ਆਮ ਆਦਮੀ ਪਾਰਟੀ ਨੇ ਵਿਖਾਏ। ਔਰ ਆਮ ਆਦਮੀ ਪਾਰਟੀ ਵੀ ਸ਼ਾਇਦ ਇਸੇ ਕਰਕੇ ਸੱਤਾ 'ਚ ਆਈ ਕਿਉਂਕਿ ਕਾਂਗਰਸ, ਕੈਪਟਨ ਅਮਰਿੰਦਰ ਦਾ ਰਾਜ, ਚਰਨਜੀਤ ਚੰਨੀ ਦਾ ਰਾਜ ਕਿਤੇ ਨਾ ਕਿਤੇ ਮਾਫੀਆ ਰਾਜ ਹਾਵੀ ਰਿਹਾ। ਪਰ ਹੁਣ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਘਿਰੇ ਨੇ, ਮੈਨੂੰ ਲੱਗਦਾ ਹੈ ਜਿਹੜੀ ਇੱਕ ਗੱਲ ਤੁਰੀ ਸੀ ਕਿ ਸਿਮਰਨਜੀਤ ਸਿੰਘ ਮਾਨ 2024 'ਚ ਇੱਕ ਵੱਡੀ ਧਿਰ ਬਣ ਕੇ ਉਭਰਨਗੇ, ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਦੀ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੀ ਲਹਿਰ ਵੀ ਖਤਮ ਹੋ ਗਈ ਹੈ, ਰੁਕ ਗਈ ਹੈ। ਕਿਉਂਕਿ ਸ਼ਹੀਦ ਭਗਤ ਸਿੰਘ ਨੂੰ ਸਾਰੇ ਆਦਰਸ਼ ਮੰਨਦੇ ਨੇ, ਸ਼ਹੀਦ ਭਗਤ ਸਿੰਘ ਨੂੰ ਆਦਰਸ਼ ਮੰਨਦੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਬੇਲੋੜਾ ਵਿਵਾਦ ਹੈ ਜਿਹੜਾ ਉਹ ਪੈਦਾ ਨਹੀਂ ਕੀਤਾ ਜਾਣਾ ਚਾਹੀਦਾ ਕਿਸੇ ਵੀ ਲੀਡਰ ਵੱਲੋਂ। ਉਹਨਾਂ ਦੀ ਆਪਣੀ ਸੋਚ ਹੈ ਜਿਹੜੀ ਕਿਸੇ ਵੀ ਸ਼ਹੀਦ ਬਾਰੇ ਜਾਂ ਵਿਅਕਤੀ ਵਿਸ਼ੇਸ਼ ਬਾਰੇ ਕਿਸੇ ਵੀ ਤਰ੍ਹਾਂ ਦੀ ਹੋਵੇ, ਸੋ ਇਹਦੇ ਤੇ ਜ਼ਿਆਦਾ ਮੈਨੂੰ ਲੱਗਦਾ ਹੈ ਇਹਦੇ ਤੇ ਤੁਲ ਨਹੀਂ ਦੇਣਾ ਚਾਹੀਦਾ। ਸੋ ਜਿਹੜੀ ਮੰਗ ਉਹਨਾਂ ਨੇ ਐਸਜੀਪੀਸੀ ਤੋਂ ਕੀਤੀ ਹੈ, ਉਹਨਾਂ ਦੇ ਪੁੱਤਰ ਨੇ, ਇਹਦੇ ਉੱਪਰ ਵੀ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸ ਤਰੀਕੇ ਦੀ ਪ੍ਰਤੀਕਿਰਿਆ ਆਉਂਦੀ ਹੈ, ਸਮਾਜ 'ਚ ਕਿਸ ਤਰੀਕੇ ਦੀ ਪ੍ਰਤੀਕਿਰਿਆ ਆਉਂਦੀ ਹੈ, ਜਾਂ ਪੋਲੀਟੀਕਲ ਤੌਰ 'ਤੇ ਕਿਸ ਤਰੀਕੇ ਦੀ ਪ੍ਰਤੀਕਿਰਿਆ ਆਉਂਦੀ ਹੈ, ਇਹ ਆਪਣੇ ਆਪ 'ਚ ਵੇਖਣ ਵਾਲੀ ਗੱਲ ਰਹੇਗੀ। ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ਹੀਦ ਭਗਤ ਸਿੰਘ ਕੁਝ ਵੀ ਸੀ, ਸ਼ਹੀਦ ਭਗਤ ਸਿੰਘ ਨਾਸਤਕ ਸੀ ਜਾਂ ਆਸਤਕ ਸੀ, ਉਹ ਕੁਝ ਵੀ ਸੀ। ਲੋਕ ਇਸ ਕਰਕੇ ਸ਼ਹੀਦ ਭਗਤ ਸਿੰਘ ਨੂੰ ਫੋਲੋ ਕਰਦੇ ਨੇ, ਮੰਨਦੇ ਨੇ, ਕਿਉਂਕਿ ਉਹ ਦੇਸ਼ ਦੀ ਆਜ਼ਾਦੀ ਦਾ ਇੱਕ ਦੀਵਾਨਾ ਸੀ ਔਰ ਉਹਨੇ ਦੇਸ਼ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ। ਉਧਰ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰਪੀ ਸਿੰਘ ਹੋਣਾ ਦਾ ਵੀ ਬਿਆਨ ਆਇਆ ਹੈ, ਸਿਮਰਨਜੀਤ ਸਿੰਘ ਮਾਨ ਹੋਣਾ ਦੇ ਪੁਰਾਣੇ ਬਿਆਨਾਂ ਨੂੰ ਆਧਾਰ ਬਣਾ ਕੇ। ਉਹਨਾਂ ਦੀ ਗੱਲ ਵੀ ਇੱਕ ਵਾਰੀ ਸੁਣ ਲਈਏ। ਦੋ ਗੱਲਾਂ ਬੜੀਆਂ ਸਾਫ਼ ਨੇ। ਇੱਕ ਤੇ ਮਾਨ ਸਾਹਿਬ ਵਧੇਰੀ ਉਮਰ ਦੇ ਹੋ ਗਏ ਨੇ,
ਮੈਨੂੰ ਲੱਗਦਾ ਕਿ ਥੋੜਾ ਉਮਰ ਦਾ ਅਸਰ ਹੈ, ਪਹਿਲੀ ਗੱਲ। ਦੂਜੀ ਗੱਲ, ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਹਿੰਦੁਸਤਾਨ ਵਿੱਚ ਹੁਣ ਖਾਲਿਸਤਾਨ ਦੀ ਗੱਲ ਨਹੀਂ ਹੋ ਸਕਦੀ। ਖਾਲਿਸਤਾਨ ਇੱਕ ਸੁਪਨਾ ਹੈ, ਉਹ ਮੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਦੇ ਨੇ। ਕੁਝ ਲੋਕਾਂ ਨੂੰ ਸੁਪਨੇ ਵਿਖਾ ਕੇ ਉਹ ਵੀਜ਼ਾ ਦਿਲਾਉਣ ਦੀ ਕੋਸ਼ਿਸ਼ ਕਰਦੇ ਨੇ, ਇਸ ਤੋਂ ਅੱਗੇ ਕੁਝ ਨਹੀਂ। ਉਹ ਦੇਸ਼ ਦੇ ਸੰਵਿਧਾਨ ਨੂੰ ਮੰਨ ਕੇ ਪਾਰਲੀਮੈਂਟ 'ਚ ਗਏ ਨੇ। ਦੇਸ਼ ਦੇ ਸੰਵਿਧਾਨ ਨੂੰ ਮੰਨਣਾ ਪਏਗਾ ਉਹਨੂੰ, ਤਦ ਹੀ ਪਾਰਲੀਮੈਂਟ ਅਟੈਂਡ ਕਰ ਸਕਣਗੇ। ਪਰ ਨਹੀਂ ਮੰਨਣਗੇ ਤਾਂ ਫਿਰ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਹੋਏਗੀ। ਪਰੰਤੂ ਜੋ ਉਹਨਾਂ ਨੇ ਬਿਆਨ ਸ਼ਹੀਦ ਭਗਤ ਸਿੰਘ ਤੇ ਦਿੱਤਾ ਉਹ ਗਲਤ ਹੈ, ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਸ਼ਹੀਦ ਭਗਤ ਸਿੰਘ ਸਾਡੇ ਸਾਰਿਆਂ ਦੇ ਆਈਕਨ ਨੇ, ਸਾਡੇ ਸਾਰਿਆਂ ਦੇ ਉਹ ਆਈਕਨ ਨੇ ਦੇਸ਼ ਦੀ ਆਜ਼ਾਦੀ ਕਰਕੇ ਆਪਣੀ ਜਾਨ ਦਿੱਤੀ, ਉਹ ਆਈਕਨ ਨੇ, ਇਸ ਕਰਕੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ। ਕੱਲ ਸੋਲਨ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ 9000 ਤੋਂ ਵੱਧ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ 'ਚ ਸਹੁੰ ਖਾਧੀ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ, ਤਨ ਮਨ ਧਨ ਦੇ ਨਾਲ ਲੋਕਾਂ ਲਈ ਕੰਮ ਕਰਾਂਗੇ। ਬਹੁਤ ਵੱਡਾ ਰਾਜਸੀ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ। ਅਰਵਿੰਦ ਕੇਜਰੀਵਾਲ ਬਰਸਾਤ ਕਰਕੇ ਭਗਵੰਤ ਮਾਨ ਜਾ ਨਹੀਂ ਸਕੇ, ਪਰ ਵਰਚੁਅਲ ਰੈਲੀ 'ਚ ਸੰਬੋਧਨ ਕੀਤਾ ਔਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਖਾਸ ਤੌਰ ਤੇ ਕਿਹਾ ਕਿ ਪੰਜਾਬ 'ਚ ਸਰਕਾਰ ਬਣ ਕੇ ਅਸੀਂ ਨਕਸ਼ਾ ਬਦਲਤਾ, ਬਿਜਲੀ ਮੁਫਤ ਕਰਤੀ, ਮੁਹੱਲਾ ਕਲੀਨਿਕ 15 ਅਗਸਤ ਤੋਂ ਸ਼ੁਰੂ ਹੋ ਰਹੇ ਨੇ ਔਰ ਪੰਜਾਬ ਦੇ ਮਾਡਲ ਨੂੰ, ਦਿੱਲੀ ਦੇ ਸਿਹਤ ਸਿੱਖਿਆ ਮਾਡਲ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਵੀ ਅਗਰ ਹਿਮਾਚਲ 'ਚ ਵੀ ਆਪ ਦੀ ਸਰਕਾਰ ਬਣਦੀ ਹੈ ਤੇ ਉੱਥੇ ਵੀ ਬਿਜਲੀ ਮੁਫਤ ਹੋਏਗੀ। ਸੋ ਇਸ ਕਰਕੇ ਰੱਜ ਕੇ ਪੰਜਾਬ ਦੇ ਵਿੱਚ ਜਿਹੜੇ ਐਲਾਨ ਕੀਤੇ ਗਏ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਸਿਆਸੀ ਤੌਰ ਤੇ ਹਿਮਾਚਲ ਦੇ ਵਿੱਚ ਵੀ। इस बार हिमाचल की जनता बदलाव चाहती है, बदलाव चाह रही है, लेकिन उसके पास विकल्प ही नहीं है। वो एक बारी कांग्रेस आती है, कांग्रेस को वो बदलते हैं बेचारे तो भाजपा आ जाती है, बेचारे भाजपा को बदलते हैं तो फिर कांग्रेस आ जाती है। इनके अंदर खाने जो इनके धंधा है, इनके बिजनेस है, बड़े आराम से चलते रहता है। इनको कोई नुकसान ही नहीं होता, इनको फर्क ही नहीं पड़ता चाहे बीजेपी की सरकार आए चाहे कांग्रेस की सरकार आए, क्योंकि आपस में इनकी सेटिंग बहुत बढ़िया है। अब जनता करे तो करे क्या? जनता ने सबको मौका देके देख लिया है। इस बार जनता आम आदमी पार्टी की तरफ देख रही है, इस बार जनता आपकी तरफ देख रही है। तो यह निश्चित है कि जनता आपके साथ है, यह निश्चित है कि माता रानी आपके साथ है। फिर जरूरत किस चीज की है? जरूरत है आपको अपने अंदर विश्वास जगाने की, आपको अपने ऊपर भरोसा दिलाने की कि हां मैं कर सकता हूं, हां हम इस बार बदलाव ला सकते हैं। ध्यान रहे, जनता उसी व्यक्ति पर भरोसा करती है जो समर्थ होता है, मजबूत होता है। कमजोर संगठन पर, कमजोर व्यक्ति पर कोई भरोसा नहीं दिखाता है। तो मेरा आप सबसे यह निवेदन है कि अपने आप पर भरोसा रखो। जिस तरीके से आपका संगठन बन रहा है, जिस तरीके से जनता आपके साथ है, जिस तरीके से माता रानी आपके साथ है, इस संसार की कोई भी ताकत नहीं है जो आपको इस बार रोक सके और हिमाचल में बदलाव आने से रोक सके। ਸੋ ਪੰਜਾਬ ਪੁਲਿਸ ਲਗਾਤਾਰ ਗੈਂਗਸਟਰਵਾਦ ਦੇ ਖਿਲਾਫ ਔਰ ਨਸ਼ੇ ਦੇ ਖਿਲਾਫ ਲੜਾਈ ਲੜ ਰਹੀ ਹੈ ਔਰ ਆਈਜੀ ਹੈੱਡਕੁਆਟਰ ਨੇ ਸੁਖਚੈਨ ਸਿੰਘ ਗਿੱਲ ਉਹਨਾਂ ਨੇ ਇੱਕ ਪੱਤਰਕਾਰ ਸੰਮੇਲਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ ਹਫਤੇ ਦੇ ਵਿੱਚ 399 FIRs ਨੇ ਜਿਹੜੇ ਦਰਜ ਕੀਤੇ ਗਏ ਨੇ ਤੇ 508 ਡਰੱਗਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ 11 ਲੱਖ ਅਤੇ 33,000 ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਔਰ ਕਈ ਕਿਸਮ ਦਾ ਨਸ਼ਾ ਪੰਜਾਬ ਪੁਲਿਸ ਨੇ ਬਰਾਮਦ ਕੀਤਾ। ਉਹਨਾਂ ਦੀ ਗੱਲ ਪੂਰੀ ਸੁਣ ਲਈ। ਇਸ ਹਫਤੇ ਦੇ ਵਿੱਚ ਪੰਜਾਬ ਪੁਲਿਸ ਨੇ 389 FIRs ਦਰਜ ਕੀਤੀਆਂ ਅਤੇ 508 ਜਿਹੜੇ ਨੇ ਡਰੱਗ ਸਮਗਲਰ ਪੈਡਲਰਸ ਅਰੈਸਟ ਕੀਤੇ ਆ, ਜਿਹਦੇ ਵਿੱਚ 40 ਕਮਰਸ਼ੀਅਲ ਕੇਸਿਸ ਦੀਆਂ FIR ਆ ਔਰ 63 ਜਿਹੜੇ ਨੇ ਸਮਗਲਰ ਉਹਦੇ ਵਿੱਚ ਫੜੇ ਆ, ਜਿਹੜੇ ਕਿ ਆਪਾਂ ਜਿਨ੍ਹਾਂ ਨੂੰ ਵੱਡੇ ਦਰਜੇ ਦੇ ਸਮਗਲਰ ਕਹਿ ਸਕਦੇ ਹਾਂ ਕਿਉਂਕਿ ਉਹ ਕਮਰਸ਼ੀਅਲ ਕੇਸਿਸ ਦੇ ਵਿੱਚ ਇਨਵੋਲਵ ਆ। ਜਿਹੜੀ ਰਿਕਵਰੀ ਹੋਈ ਆ ਉਹਦੇ ਵਿੱਚ ਹੈਰੋਇਨ ਦੀ 8.37 ਕਿਲੋ ਜਿਹੜੀ ਰਿਕਵਰੀ ਆ, 32.28 ਕਿਲੋ ਓਪੀਐਮ ਦੀ ਰਿਕਵਰੀ ਆ, 53 ਕਿਲੋ 53 kg 53 ਕਿਲੋ ਗਾਂਜੇ ਦੀ ਰਿਕਵਰੀ ਆ ਔਰ 14,000 ਕਿਲੋ ਪੌਪੀ ਹਸਕ ਦੀ ਰਿਕਵਰੀ ਆ। ਔਰ ਜਿਹੜੀ ਸਭ ਤੋਂ ਕਾਬਲੇ ਤਾਰੀਫ ਜਿਹੜਾ ਕੰਮ ਕੀਤਾ ਗਿਆ ਹੈ ਉਹ 7.93 ਲੱਖ
ਟੈਬਲੇਟਸ ਓਬਲੀਕ ਇੰਜੈਕਸ਼ਨਸ ਓਬਲੀਕ ਪਿਲਸ ਵਾਇਲਸ ਉਹਦੀ ਰਿਕਵਰੀ ਹੈ ਜਿਹੜੀ ਕਿ ਫਤਿਹਗੜ੍ਹ ਸਾਹਿਬ ਪੁਲਿਸ ਨੇ ਕੀਤੀ ਹੈ। 23 ਕਿਲੋ ਦੀ ਓਪੀਐਮ ਦੀ ਰਿਕਵਰੀ ਬਟਾਲਾ ਪੁਲਿਸ ਨੇ ਕੀਤੀ ਸੀਗੀ, ਜਿਹੜੀ ਬਹੁਤ ਵੱਡੀ ਰਿਕਵਰੀ ਹੈ। ਔਰ ਜਿਹੜੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਕੀਤੀ ਉਹਦੇ ਵਿੱਚ ਪਹਿਲਾਂ ਉਹਨਾਂ ਨੇ 2 ਬੰਦੇ ਫੜੇ ਸੀਗੇ, ਉਹਨਾਂ ਤੋਂ ਫਿਰ ਬੈਕਵਰਡ ਲਿੰਕੇਜਿਸ, ਜਿੱਦਾਂ ਆਪਾਂ ਲਾਸਟ ਟਾਈਮ ਕਿਹਾ ਸੀਗਾ ਕਿ ਹਰ ਕੇਸ ਦੇ ਵਿੱਚ ਬੈਕਵਰਡ ਲਿੰਕੇਜਿਸ ਦੇ ਉੱਤੇ ਸਟ੍ਰੈਸ ਦਿੱਤਾ ਜਾਂਦਾ ਹੈ। ਸੋ ਬੈਕਵਰਡ ਲਿੰਕੇਜ ਦੇ ਵਿੱਚ ਇੱਕ ਗੋਡਾਊਨ ਦੇ ਵਿੱਚ ਛਾਪਾ ਮਾਰ ਕੇ ਉੱਥੋਂ ਵੱਡੀ ਮਾਤਰਾ ਦੇ ਵਿੱਚ ਟੈਬਲੇਟਸ ਫੜੀਆਂ। ਇੱਕ ਹੋਰ ਜਿਹੜਾ ਟ੍ਰੈਂਡ ਪਿਛਲੇ ਹਫਤੇ ਨੌਲੇਜ 'ਚ ਆਇਆ ਸੀਗਾ ਕਿ 8 ਕਿਲੋ ਓਪੀਐਮ ਦੀ ਰਿਕਵਰੀ ਕੀਤੀ ਸੀ ਮੁਹਾਲੀ ਪੁਲਿਸ ਨੇ, ਜਿਹੜੇ ਐਂਬੂਲੈਂਸ ਯੂਜ਼ ਕਰ ਰਹੇ ਸੀਗੇ। ਉਹਦੇ ਵਿੱਚ 3 ਬੰਦੇ ਅਰੈਸਟ ਹੋਏ, ਜਿਹਦੇ ਵਿੱਚ ਇੱਕ ਮੁਹਾਲੀ ਏਰੀਆ ਦਾ ਰਹਿਣ ਵਾਲਾ ਹੈ ਔਰ 2 ਚੰਡੀਗੜ੍ਹ ਏਰੀਆ ਦੇ ਰਹਿਣ ਵਾਲੇ ਆ। ਸੋ ਉਹਨਾਂ ਨੇ ਫੇਕ ਪੇਸ਼ੈਂਟ ਬਣਾ ਕੇ, ਫੇਕ ਇੱਕ ਐਂਬੂਲੈਂਸ ਬਣਾ ਕੇ ਉਹਦੇ ਥਰੂ ਸਮਗਲਿੰਗ ਕਰਦੇ ਪਏ ਸੀਗੇ। ਉਹਦੇ 'ਚ DIG ਰੋਪੜ ਰੇਂਜ ਨੇ ਵੀ ਡਿਟੇਲ 'ਚ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਔਰ ਸਿਹਤ ਵਿਭਾਗ ਦੇ ਨਾਲ ਵੀ ਟੇਕਅਪ ਕੀਤਾ ਜਾਏਗਾ ਕਿ ਈਵਨ ਇਹ ਤਾਂ ਫੇਕ ਸੀਗੀ, ਪਰ ਕੋਈ ਕਿਤੇ ਇਸ ਦੀ ਏਵਜ ਦੇ ਵਿੱਚ ਹੋਰ ਕੋਈ ਬੰਦਾ ਇਸ ਤਰ੍ਹਾਂ ਦਾ ਕੰਮ ਨਾ ਕਰ ਰਿਹਾ ਹੋਵੇ। 11 ਲੱਖ ਔਰ 73,000 ਡਰੱਗ ਮਨੀ ਫੜੀ ਹੈ ਪਿਛਲੇ ਹਫਤੇ ਦੇ ਵਿੱਚ ਔਰ 31 ਜਿਹੜੇ PO ਓਬਲੀਕ ਅਬਸਕੌਂਡਰ ਜਿਹੜੇ NDPS ਐਕਟ ਦੇ ਕੇਸਿਸ ਦੇ ਸੀਗੇ ਉਹ ਫੜੇ ਆ। ਉਧਰ ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂਆਂ ਨੇ MSP ਕਮੇਟੀ ਦੇ ਵਿੱਚ ਜਗ੍ਹਾ ਨਾ ਮਿਲਣ ਤੇ ਇਤਰਾਜ਼ ਪ੍ਰਗਟ ਕੀਤਾ। ਇਹਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਦੇ ਲਈ ਇੱਕ ਵਾਰ ਫੇਰ ਸੰਘਰਸ਼ ਦੇ ਰਸਤੇ ਤੇ ਆ ਰਹੇ ਹਾਂ ਤੇ ਬਹੁਤ ਜਲਦ ਅਸੀਂ ਮੀਟਿੰਗ ਵੀ ਕਰਾਂਗੇ। ਇੱਕ ਵਾਰੀ ਇਹਨਾਂ ਦੀ ਗੱਲ ਵੀ ਸੁਣੀਏ। ਇਹ ਕਮੇਟੀ ਹੈ ਕੀ ਚੀਜ਼? ਇਸ ਕਮੇਟੀ ਦੇ ਵਿੱਚ ਜਿਹੜੇ ਲੋਕਾਂ ਨੇ ਅੰਦੋਲਨ ਲੜਿਆ ਹੀ ਨਹੀਂ, ਅਗਰ ਉੱਥੋਂ ਚੱਕ ਕੇ ਬੰਦੇ ਕਮੇਟੀ 'ਚ ਪਾ ਕੇ ਤੇ 5 ਪਹਿਲਾਂ ਹੀ ਬਿਠਾ ਲਏ ਜਾਣਗੇ ਤੇ 3 ਸਾਡੇ ਬਿਠਾਏ ਜਾਣਗੇ, ਕੀ ਅਸੀਂ ਉਮੀਦ ਰੱਖਦੇ ਹਾਂ ਕਿ ਉੱਥੋਂ ਸਾਡੇ ਅੰਦੋਲਨ ਦੇ ਸਾਡੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ? ਸਗੋਂ ਸਾਨੂੰ ਉਹ ਕਮੇਟੀ ਦੇ ਵਿੱਚ ਬਿਠਾ ਕੇ ਸਾਡੇ ਅੰਦੋਲਨ ਨੂੰ ਇੱਕ ਤਰ੍ਹਾਂ ਦਾ ਬ੍ਰੇਕ ਲਾ ਕੇ ਰੱਖਣ ਵਾਲੀ ਗੱਲ ਹੈ, ਸਰਕਾਰ ਦੀ ਸਾਜ਼ਿਸ਼ ਹੈ, ਜਿਹਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਸ ਵੇਲੇ ਆਪਣੀ ਹੀ ਸਟੇਟ ਦੇ ਮੁੱਖ ਮੰਤਰੀ ਸੀ, ਉਹਨਾਂ ਦੇ ਸਮੇਂ ਦੀ ਇੱਕ ਇਹਨਾਂ ਦੀ ਕਮੇਟੀ ਬਣੀ ਤੇ ਉਸ ਕਮੇਟੀ ਦੇ ਚੇਅਰਮੈਨ ਸੀ, ਮੇਰੇ ਖਿਆਲ ਚੇਅਰਮੈਨ ਸੀ ਔਰ ਉਸ ਕਮੇਟੀ ਦੇ ਵਿੱਚ ਰਿਕਮੈਂਡੇਸ਼ਨ ਇਹਨਾਂ ਦੀ ਆਪਦੀ ਪਈ ਹੈ ਕਿ MSP ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਨੂੰ ਦਿੱਤਾ ਜਾਏ। ਇਹਨਾਂ ਦੀ ਆਪਦੀ ਕਮੇਟੀ ਹੈ, ਉਹਦੀ ਰਿਕਮੈਂਡੇਸ਼ਨ ਪਈ ਹੈ, ਕਿਰਪਾ ਕਰਕੇ ਲਾਗੂ ਕਰ ਦੇਣ। ਅਸੀਂ ਮੰਗਦੇ ਹਾਂ MSP ਦੀ ਗਰੰਟੀ ਦਾ ਕਾਨੂੰਨ, ਨਾ ਕਿ ਕਮੇਟੀ। ਇਹਨਾਂ ਦੀ ਆਪਦੀ ਰਿਕਮੈਂਡੇਸ਼ਨ ਪਈ ਹੈ, ਲਾਗੂ ਕਰ ਦੇਣ। ਇਹੀ ਹੱਲ ਹੈ। ਦੇਖੋ, ਸਾਡੀ ਲੜਾਈ ਹੈ ਜਿਹੜੀ, ਅਸੀਂ 3 ਕਾਨੂੰਨਾਂ ਦੀ ਲੜਾਈ ਲੜ ਲਈ। ਅੱਜ ਸਾਡੀ ਲੜਾਈ ਹੈ MSP ਦੀ ਗਰੰਟੀ ਦਾ ਕਾਨੂੰਨ ਲੈਣ ਦੀ। ਸਾਡੀ ਲੜਾਈ ਕਮੇਟੀ ਦੀ ਹੈ ਹੀ ਨਹੀਂ। ਅਸੀਂ ਗਰੰਟੀ ਦਾ ਕਾਨੂੰਨ ਲੈਣ ਵਾਸਤੇ ਪ੍ਰੋਗਰਾਮ ਦੇ ਚੁੱਕੇ ਹਾਂ। 22 ਤਰੀਕ ਦਾ ਸਾਡਾ ਪ੍ਰੋਗਰਾਮ ਆ ਗਿਆ। ਮੈਂ ਤੁਹਾਨੂੰ ਇੱਕ ਬੇਨਤੀ ਕਰ ਲਾਂ ਨਿੱਕੀ ਜੀ, ਸਵਾਲ ਤੁਹਾਡੇ ਖੜੇ ਨੇ, ਸਵਾਲ ਸਾਰੇ ਲੈਣਾ। ਇੱਕ ਸਾਡਾ ਮਤਲਬ ਲੀਡਰ ਰਹੇਗਾ, ਉਹਨੇ ਤੁਹਾਨੂੰ ਮਤਲਬ ਅਗਲੇ ਪ੍ਰੋਗਰਾਮਾਂ ਬਾਰੇ ਦੱਸ ਦੂਗਾ। UP ਵਾਲਾ ਪਰ ਲੀਡਰ ਮੈਂ ਪ੍ਰੋਗਰਾਮ 2 ਦਿੱਤੇ ਨੇ। ਇੱਕ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ 22 ਅਗਸਤ ਨੂੰ ਜੰਤਰ ਮੰਤਰ ਦੇ ਉੱਤੇ ਇੱਕ ਵੱਡਾ ਇਕੱਠ ਕਰਕੇ ਇੱਕ ਦਿਨ ਦਾ ਪ੍ਰੋਗਰਾਮ ਕਰਾਂਗੇ ਔਰ ਉਹਦੇ ਵਿੱਚ ਰਾਸ਼ਟਰਪਤੀ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੋਹਾਂ ਨੂੰ ਮੰਗ ਪੱਤਰ ਸਾਡੇ ਜਾਣਗੇ। ਇਹ ਸਾਡਾ ਪ੍ਰੋਗਰਾਮ ਹੈ। ਇੱਕ ਨੰਬਰ 2, ਦੂਸਰਾ ਹੈ ਕਿ ਸਾਡੇ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ 31 ਜੁਲਾਈ ਨੂੰ। ਉਹ ਸਾਨੂੰ ਸਾਡੇ ਭਾਈਚਾਰੇ ਨੇ, ਸਾਡੇ ਉਹਨਾਂ ਵੀਰਾਂ ਨੇ ਜਿਨ੍ਹਾਂ ਨੇ ਕੰਬੋਜ ਭਾਈਚਾਰੇ ਨੇ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਉਸ ਦਿਨ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਨਾ ਹੋਵੇ, ਉਹਨੂੰ ਧਿਆਨ 'ਚ ਲੈ ਕੇ ਅਸੀਂ ਸਾਰਿਆਂ ਨੇ ਪ੍ਰੋਗਰਾਮ ਬਣਾਇਆ। ਆ ਜਿਹੜੇ ਨਾਨ ਪੋਲੀਟੀਕਲ ਵਾਲੀ ਲਾਈਨ ਦੇ ਸਾਰੇ ਲੋਕ ਹੈ ਕਿ ਅਸੀਂ ਉੱਥੇ ਹੀ ਆਪਣੇ ਸੁਨਾਮ ਦੇ ਵਿੱਚ ਜਾ ਕੇ ਅਸੀਂ ਸਾਡੇ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਾਂਗੇ ਔਰ ਉੱਥੇ ਇੱਕ ਬੜਾ ਪ੍ਰੋਗਰਾਮ ਕਰਾਂਗੇ। ਹਾਂ, ਮੰਗ ਪੱਤਰ ਬਾਰੇ ਬੋਲਣਗੇ, ਇਹਨਾਂ ਤੋਂ ਪੁੱਛਦੇ ਆਪਾਂ। ਉਧਰ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ ਅੱਜ ਪੰਚਾਇਤੀ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਵੱਡਾ ਐਲਾਨ ਕਰ ਸਕਦੇ ਨੇ। ਕੱਲ ਇੱਕ ਅਹਿਮ ਬਿਆਨ ਉਹਨਾਂ ਦਾ ਆਇਆ, ਉਹਨਾਂ ਦਾ ਪੂਰਾ ਬਿਆਨ ਸੁਣਦੇ ਹਾਂ। ਸਾਡੇ ਕੋਲ ਜਿਹੜਾ ਐਕਸਪ੍ਰੈਸਵੇ ਬਣ ਰਿਹਾ, ਇਹਦੀਆਂ ਕਾਫੀ ਸ਼ਿਕਾਇਤਾਂ ਆਈਆਂ ਸੀਗੀਆਂ। ਕੱਲ ਹੀ ਮੇਰੇ ਕੋਲ ਕੋਈ ਕਿਸਾਨ ਵੀਰ ਗਏ ਸੀਗੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਕੁਝ ਲੋਕ ਗਲਤ ਪੈਸੇ ਲੈ ਰਹੇ, ਤੇ ਅੱਜ ਹੀ ਮੈਂ ਮਤਲਬ 24 ਘੰਟਿਆਂ 'ਚ ਡੀ ਸਾਹਿਬ ਨੂੰ
ਨਾਲ ਲੈ ਕੇ ਆਇਆ ਮੌਕੇ ਤੇ। ਇਹਦੀ ਇਨਕੁਆਇਰੀ ਚੱਲ ਰਹੀ ਹੈ ਔਰ ਅਸੀਂ 2 ਹਫ਼ਤਿਆਂ ਦੇ ਵਿੱਚ ਮੈਂ ਡੀਸੀ ਸਾਹਿਬ ਨੂੰ ਕਿਹਾ ਕਿ ਇਹਦੀ ਇਨਕੁਆਇਰੀ ਕੰਪਲੀਟ ਕਰਕੇ ਇਨਕੁਆਇਰੀ ਜਨਤਕ ਕੀਤੀ ਜਾਵੇ ਤੇ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ। ਧਰਮੇਲ ਸਾਹਿਬ ਕਿੰਨਾਂ ਦੇ ਵੱਲੋਂ ਘਪਲਾ ਕੀਤਾ ਗਿਆ? ਸਭ ਤੋਂ ਪਹਿਲਾਂ ਤਾਂ ਇਹ ਪੁੱਛਿਆ ਗਿਆ ਕਿ ਨਹੀਂ, ਰਵਾਇਤੀ ਇਹ ਪਾਰਟੀਆਂ ਤਾਂ- ਦਾ ਨਾਮ ਲਿੱਤਾ ਜਾ ਰਿਹਾ, ਕਾਂਗਰਸ ਦੀ ਦੇਖੋ ਇਹ ਤਾਂ ਜਿਨ੍ਹਾਂ ਦੀਆਂ ਸਰਕਾਰਾਂ ਸੀ ਪਹਿਲਾਂ ਨਾਂ ਲੈਣ ਦੀ ਲੋੜ ਹੀ ਨਹੀਂ, ਉਹਨਾਂ ਦੀ ਅਗਵਾਈ 'ਚ ਹੀ ਸਾਰੇ ਘਪਲੇ ਹੋਏ ਆ। ਅਸੀਂ ਸਾਰੇ ਘਪਲਿਆਂ ਦੀ ਜਾਂਚ ਕਰ ਰਹੇ ਹਾਂ। ਸਾਨੂੰ ਇਹ ਆ ਕਿ ਕੇਂਦਰ ਸਰਕਾਰ ਦਾ ਪੈਸਾ ਜਿਹੜਾ ਸਾਡਾ ਪੈਸਾ, ਜਿਹੜਾ ਲੋਕਾਂ ਦਾ ਪੈਸਾ, GST ਦਾ ਪੈਸਾ, ਸਾਡੇ ਟੈਕਸ ਦਾ ਪੈਸਾ, ਉਹਦੀ ਦੁਰਵਰਤੋਂ ਨਾ ਹੋਵੇ, ਕੋਈ ਬੰਦਾ ਉਹਦਾ ਨਜਾਇਜ਼ ਫਾਇਦਾ ਨਾ ਲਵੇ, ਕੋਈ ਅਧਿਕਾਰੀ ਉਹ 'ਚ ਕੋਈ ਮਤਲਬ ਕਰਪਸ਼ਨ ਨਾ ਕਰੇ, ਗੜਬੜ ਕਰਕੇ ਆਪਣਾ ਉਹ ਘਰ ਨਾ ਭਰੇ, ਉਹਨੂੰ ਆਪਾਂ ਡੱਕਣਾ। ਸੋ ਉਹਦੇ ਵਾਸਤੇ ਇਨਕੁਆਇਰੀ ਜਿਹੜੀ ਆ 2 ਹਫ਼ਤੇ ਦੀ ਕੰਪਲੀਟ। ਉਧਰ ਕੇਂਦਰ ਵੱਲੋਂ ਬਣਾਈ ਗਈ MSP ਕਮੇਟੀ ਦੇ ਮੈਂਬਰ ਪ੍ਰਮੋਦ ਕੁਮਾਰ ਹੋਣਾ ਦਾ ਇੱਕ ਬਿਆਨ ਆਇਆ ਹੈ, ਜਿਸ ਵਿੱਚ ਉਹਨਾਂ ਨੇ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ MSP ਨਹੀਂ, ਅਸੀਂ ਲਾਭਕਾਰੀ ਕੀਮਤ ਬਾਰੇ ਵੀ ਗੱਲ ਕਰਦੇ ਹਾਂ। ਸੋ ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਵੱਲੋਂ MSP ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਉੱਤੇ ਹੀ ਚਰਚਾ ਹੋਣੀ ਹੈ ਔਰ ਉਹਨਾਂ कई तरह ਦੀਆਂ ਜਿਹੜੇ ਆਪਣੀ ਰਾਏ ਆ ਉਹ ਰੱਖੀ ਆ, ਉਹਨਾਂ ਦੀ ਗੱਲ ਸੁਣਦੇ ਆ। हमारे इतनी बैठकें और इतना सारा व्यवस्था चलता रहता है, कोई किसी विषय को लेकर के हमारा संगठन नहीं है। तो इसलिए हमारे पास में MSP को लेकर के विगत हमारे 25-30 वर्षों से और हमारा उसके ऊपर काम चल रहा है। एक एक बात के ऊपर हम लोगों ने उसमें खूब डिस्कशन किए हैं। ऐसा नहीं है जो दूसरे अन्य किसान हैं, भले ही उनकी विचारधारा हमसे भिन्न हो, लेकिन यदि किसान हित में है, देश हित में है, तो हम लोग बराबर उनसे भी बात करते हैं और नई नई बातें आती हैं, नया विषय आते हैं, जो सरकारी जो नीतियाँ रहती हैं हम लोग उसमें भी रहते हैं। हमारी खुद की कृषि नीति तक हम लोगों ने बनाई हुई है। तो हमारा ये एक ऐसा है कि ये संगठन हर दृष्टि से काम करता है। तो इसके लिए अलग से अगर ज़रूरत पड़ेगी, हम लोग सर्वे किया, हमने जैविक खेती का हमने सर्वे किया है हमने पूरा। अभी पिछले वर्ष 2 वर्ष पहले ग्वालियर में जो हमारा अधिवेशन हुआ था उसके पहले उसमें हम लोग रिपोर्ट। MSP को लेकर के क्या राय है किसान संघ की? MSP तो मिलना चाहिए और केवल MSP हमारा नहीं है। भारतीय किसान संघ शुरू से जब से स्थापना हुई है तब से कहता रहा कि MSP अलग चीज़ है, मिनिमम सपोर्ट प्राइस हमारा ये नहीं है। हमारा ये लाभकारी मूल्य होना चाहिए। क्या है कि अगर हम MSP मान लीजिए कि हम कहेंगे कि MSP बढ़ा दीजिए, कल को हमारे जो इनपुट्स की कॉस्ट बढ़ गई तो वो रेट बढ़ाने का कोई मतलब नहीं रहेगा। तो हमारा ये कि अगर इनपुट की कॉस्ट कम हो जाती है तो जो आज MSP सरकार दे रही ये ज़्यादा हो जाएगी। तो हमारा MSP से इसलिए हम लोग सीधे हम लोग MSP से भी बेहतर हम लोग लाभकारी मूल्य चाहते हैं। यदि हमारी कॉस्ट ऑफ प्रोडक्शन कम हो जाती है, सब कुछ हो जाती है और जो रेट है वो हमको लग रहा कि ये लाभकारी है, तो हमें लाभकारी मूल्य से लेना चाहिए। सो न्यूज़ एंड एनालिसिस ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਕੱਲ ਫੇਰ ਮੁਲਾਕਾਤ ਹੋਏਗੀ। ਬਹੁਤ ਧੰਨਵਾਦ।